ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਐਂਡ ਵਾਲੇ ਸੈਕਸ਼ਨ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ। ਸਿੱਖ ਇਤਿਹਾਸ ਦੇ ਹਵਾਲੇ ਨਾਲ 1946 ਦੇ ਵਿੱਚ ਉਹ ਮਾਹੌਲ ਉੱਥੇ ਬਣ ਚੁੱਕਾ ਸੀ ਕਿ ਅੰਗਰੇਜ਼ਾਂ ਨੇ ਭਾਰਤ ਛੱਡਣ ਦਾ ਮਨ ਬਣਾ ਲਿਆ ਸੀ। ਪਾਕਿਸਤਾਨ ਦੀ ਮੰਗ ਜਿਹੜੀ 23 ਮਾਰਚ 1940 ਨੂੰ ਲਾਹੌਰ ਡੈਕਲੇਰੇਸ਼ਨ ਨਾਲ ਹੋਈ ਉਹ ਪੂਰਾ ਜ਼ੋਰ ਫੜ ਚੁੱਕੀ ਸੀ ਜੀ। ਕਾਂਗਰਸ ਦੇ ਵੀ ਅੰਦਰੂਨੀ ਹਲਕਿਆਂ 'ਚ ਉਹਨਾਂ ਨੇ ਦੇਖ ਲਿਆ ਸੀ ਕਿ ਹੁਣ ਦੇਸ਼ ਵੰਡ ਜਿਹੜੀ ਹੈ ਉਹ ਮੰਨਣੀ ਹੈ। ਲੇਕਿਨ ਸਾਡੀ ਮੂਰਖ, ਅਹਿਮਕ, ਬੇਅਕਲ, ਵਿਕਾਊ ਮਾਲ ਅਕਾਲੀ ਲੀਡਰਸ਼ਿਪ ਇਹਨਾਂ ਨੂੰ ਕੋਈ ਸਮਝ ਨਹੀਂ ਸੀ ਕਿ ਵੀ ਅਸੀਂ ਆਪਣੀ ਕੌਮ ਨੂੰ ਕਿਵੇਂ ਇਹਨਾਂ ਹਾਲਾਤਾਂ ਦੇ ਵਿੱਚ ਉਸ ਦੀ ਡੈਸਟਨੀ ਬਣਾਉਣੀ ਹੈ। ਭਾਵੇਂ ਸ਼੍ਰੋਮਣੀ ਕਮੇਟੀ ਨੇ ਵੀ ਮਤਾ ਕੀਤਾ ਜੀ ਸਿੱਖ ਸਟੇਟ ਬਣਨੀ ਚਾਹੀਦੀ ਹੈ, ਬਲਦੇਵ ਸਿੰਘ ਨੇ ਵੀ ਬਿਆਨ ਦੇ ਦਿੱਤਾ ਜੀ ਸਾਡਾ ਪੰਜਾਬ ਸਾਨੂੰ ਵਾਪਸ ਕੀਤਾ ਜਾਏ, ਚਨਾਹ ਤੱਕ ਬਣਨਾ ਚਾਹੀਦਾ, ਪਰ ਕੋਈ ਰੀਅਲਿਸਟਿਕ ਗਰਾਊਂਡ ਰਿਐਲਿਟੀ ਕਿ ਤੁਹਾਡੀ ਆਬਾਦੀ ਕਿੱਥੇ ਹੈ, ਅੰਗਰੇਜ਼ਾਂ ਨਾਲ ਤੁਸੀਂ ਕਿਵੇਂ ਵਰਤਣਾ ਹੈ। ਤੇ ਇਸ ਸਭ ਦੇ ਬਾਵਜੂਦ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਆਊਟਰੀਚ ਕੀਤਾ ਸਿੱਖ ਲੀਡਰਾਂ ਤੱਕ, ਤੇਜਾ ਸਿੰਘ ਮਲਕ ਦੇ ਘਰ ਦਿੱਲੀ 'ਚ ਮਾਸਤਾਰਾ ਸਿੰਘ ਨਾਲ ਇੱਕ 90 ਮਿੰਟ ਦੀ ਮੁਲਾਕਾਤ ਹੋਈ, ਮਹਾਰਾਜਾ ਸ਼ਾਇਦ ਪਟਿਆਲਾ ਵੀ ਉਹਦੇ 'ਚ ਮੌਜੂਦ ਸੀ, ਗਿਆਨੀ ਕਰਤਾਰ ਸਿੰਘ ਵੀ ਸੀ। ਸੋ ਉਹਨਾਂ ਨੇ ਸਮਝਾਉਣ ਦਾ ਯਤਨ ਕੀਤਾ ਕਿ ਅਸੀਂ ਸਿੱਖਾਂ ਨੂੰ ਅਲੱਗ ਨੇਸ਼ਨ ਮੰਨਦੇ ਹਾਂ, ਪਰ ਤੁਸੀਂ ਕੋਈ ਨਾ ਕੋਈ ਕੰਪਰੋਮਾਈਜ਼ ਸਾਡੇ ਨਾਲ ਕਰੋ। ਅਸੀਂ ਕਿਉਂਕਿ ਜ਼ਾਹਰ ਹੈ ਵੀ ਕੋਈ ਥਾਂ ਮੈਜੋਰਟੀ ਨਹੀਂ ਸੀ ਬਣਦੀ ਤੇ ਸਿੱਖਾਂ ਨੂੰ ਆਪਣੇ ਹਿੱਤਾਂ ਬਾਰੇ ਪਤਾ ਵੀ ਨਹੀਂ ਸੀ, ਅਕਾਲੀ ਲੀਡਰਸ਼ਿਪ ਨੂੰ ਵੀ ਕੇਸ ਕੀ ਦੇਣਾ। ਸੋ ਉਸ ਦੌਰ 'ਚ ਕਾਂਗਰਸੀਆਂ ਨੇ ਜਾਂ ਇਹਨਾਂ ਨੇ ਦੇਖਿਆ ਕਿ ਵੀ ਇਹ ਨਾ ਹੋਏ ਵੀ ਕਿਤੇ ਉਹਨਾਂ ਨਾਲ ਰਲ ਜਾਣ ਜਾਂ ਆਪਣੀ ਅੱਡ। ਉਦੋਂ ਨਹਿਰੂ ਨੇ ਜਿਹੜਾ ਕਲਕੱਤਾ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਉੱਥੇ ਉਹਨਾਂ ਦਾ ਕੋਈ ਆਲ ਇੰਡੀਆ ਕਾਂਗਰਸ ਕਮੇਟੀ ਦਾ ਸੈਸ਼ਨ ਚੱਲ ਰਿਹਾ ਸੀ, ਉਹਦੇ 'ਚ ਵੀ ਉਹਨੇ ਕਿਹਾ ਕਿ ਵੀ ਅਸੀਂ ਸਮਝਦੇ ਹਾਂ ਕਿ ਬਰੇਵ ਸਿੱਖਸ ਆਫ ਪੰਜਾਬ ਆਰ ਐਂਟਾਈਟਲਡ ਟੂ ਏ ਸਪੈਸ਼ਲ treatment and I don't see anything wrong that the brave Sikhs of Punjab are given a place in the north, an autonomous region in the north of India where a glow of freedom, where they may also be able to enjoy the glow of freedom. ਉਹਨੇ ਬੜੇ ਫਲਾਵਰੀ ਜਿਹੇ ਸ਼ਬਦ ਨੇ ਜੀ। ਸਾਨੂੰ ਕੋਈ ਇਤਰਾਜ਼ ਨਹੀਂ ਹੈ ਕਿ ਪੰਜਾਬ ਦੇ ਬਹਾਦਰ ਸਿੱਖਾਂ ਨੂੰ ਉੱਤਰ ਦੇ ਵਿੱਚ ਖਿੱਤਾ ਦਿੱਤਾ ਜਾਏ ਤਾਂ ਕਿ ਜਿਹੜੀ ਆਜ਼ਾਦੀ ਦਾ ਨਿੱਘ ਹੈ ਉਹ ਉਹਨਾਂ ਦੇ ਖੂਨ ਨੂੰ ਵੀ ਗਰਮਾ ਸਕੇ। ਔਰ ਉਸ ਤੋਂ ਪਹਿਲਾਂ ਇੱਕ ਦਿਨ ਕਾਇਦੇ ਆਜ਼ਮ ਨਾਲ ਮੁਲਾਕਾਤ ਤੋਂ ਪਹਿਲਾਂ ਮਾਸਤਾਰਾ ਸਿੰਘ ਨੇ ਪਟੇਲ ਨਾਲ ਮੀਟਿੰਗ ਕੀਤੀ। ਪਟੇਲ ਨੇ ਕਿਹਾ ਜੀ ਤੁਸੀਂ ਜਦੋਂ ਸਾਡੀ ਆਈਨੀ ਅਸੈਂਬਲੀ ਬਣੇਗੀ, ਸੰਵਿਧਾਨਕ ਕਾਂਸਟੀਟਿਊਂਟ ਅਸੈਂਬਲੀ, ਉਹਦੇ 'ਚ ਅਸੀਂ ਸਿੱਖਸਤਾਨ ਦਾ ਵੀ ਜਿਹੜਾ ਹੈ ਉਹ ਕਰਾਂਗੇ ਜ਼ਰੂਰ ਜੀ। ਸੋ ਜ਼ਾਹਰ ਹੈ ਕਿ ਦੇ ਵਰ ਡਿਊਪਡ, ਜਿਹਨੂੰ ਫਿਰ ਨਹਿਰੂ ਨੇ ਕਿਹਾ ਕਿ ਸਰਕਮਸਟੈਂਸਸ ਹੈਵ ਨਾਓ ਚੇਂਜਡ, ਔਰ ਪਟੇਲ ਨੇ ਕਿਹਾ ਤਾਰਾ ਸਿੰਘ ਨੂੰ ਕਿ ਯੂ ਹੈਵ ਸਿਕਸ ਹੈਵ ਮਿਸਡ ਦ ਬਸ ਜੀ। 1987 ਦੇ ਵਿੱਚ ਇਸ ਕਾਂਡ ਦਾ ਬੜਾ ਜ਼ਿਕਰ ਹੁੰਦਾ ਹੈ ਕਿ ਲਾਲੜੂ ਤੇ ਫਤਿਆਬਾਦ 'ਚ 2 ਬੱਸਾਂ 'ਚ 75 ਹਿੰਦੂ ਕੱਢ ਕੇ ਮਾਰਤੇ ਜੁਝਾਰੂਆਂ ਨੇ। ਲੇਕਿਨ ਜਿਹੜੇ ਤੱਥ ਬਾਅਦ 'ਚ ਸਾਹਮਣੇ ਆਇਆ ਕਿ ਆਲਮੋਸਟ ਇਹ ਉਹ ਲੋਕ ਸਨ ਜਿਹੜੇ ਮਾਰੇ ਗਏ 75, ਜਿਹੜੇ ਉਹ ਫੌਜੀ ਸੀ ਜਿਹੜੇ ਕਿ ਦਰਬਾਰ ਸਾਹਿਬ ਤੇ ਹਮਲੇ ਦੇ ਲਈ ਜ਼ਿੰਮੇਵਾਰ ਸੀ, ਔਰ ਉਹਨਾਂ ਨੂੰ ਸਪੈਸ਼ਲ ਤੌਰ ਦੇ ਉੱਤੇ ਵੈਕੇਸ਼ਨ ਟ੍ਰਿਪ ਦੇ ਉੱਤੇ ਕਿ ਜੀ ਤੁਸੀਂ ਬਹੁਤ ਕਰੜੀ ਘਾਲਣਾ ਘਾਲੀ ਹੈ ਭੇਜਿਆ ਹੋਇਆ ਸੀ, ਔਰ ਉਹ ਵੈਕੇਸ਼ਨ ਕੱਟ ਕੇ ਆ ਰਹੇ ਸੀ। ਸੋ ਜਿਹੜੇ ਮਾਰੇ ਗਏ 87 ਉਹ ਬੇਸ਼ੱਕ ਪ੍ਰਚਾਰਿਆ ਇਹੀ ਗਿਆ ਕਿ ਜੀ ਹਿੰਦੂ ਮਾਰੇ ਨੇ, ਪਰ ਉਹ ਮੈਜੋਰਟੀ ਉਹਨਾਂ ਦੇ ਵਿੱਚ ਫੌਜੀ ਸਨ ਜਿਹੜੇ ਘੱਲੂਘਾਰੇ ਦੇ ਲਈ ਜ਼ਿੰਮੇਵਾਰ ਸਨ। ਵਰਲਡ ਹਿਸਟਰੀ ਦੇ ਹਵਾਲੇ ਨਾਲ 1415 'ਚ ਚੈੱਕ ਰਿਪਬਲਿਕਨ 'ਚ ਪਾਦਰੀਆਂ ਨੇ ਇੱਕ ਬੰਦੇ ਨੂੰ ਜਿਉਂਦੇ ਸਾੜਨ ਦਾ ਆਰਡਰ ਕੀਤਾ ਜਿਹਨੇ ਉਹਨਾਂ ਦੇ ਕਰਪਟ ਹੋਣ ਦੀ ਗੱਲ ਕੀਤੀ ਸੀ। 1523 'ਚ ਇੰਗਲੈਂਡ ਦੇ ਵਿੱਚ ਸਰ ਥਾਮਸ ਮੂਰ ਨਾਂ ਦੇ ਵਕੀਲ ਨੂੰ, ਜਿਹਨੇ ਕਿ ਯੂਕੇ ਦੇ ਚਰਚ ਨੂੰ ਮੰਨਣ ਤੋਂ ਨਾ ਕੀਤੀ ਕਿ ਰਾਜਾ ਚਰਚ ਦਾ ਮੁਖੀ ਨਹੀਂ ਹੈ, ਉਹਨੂੰ ਜਿਉਂਦੇ ਜਿਹੜਾ ਉਹਨੂੰ ਬੀਹੈਡ ਕੀਤਾ, ਉਹਦਾ ਸੀਸ ਕਲਮ ਕੀਤਾ। 1775 'ਚ ਕਾਂਗਰਸ ਨੇ ਡੈਕਲੇਰੇਸ਼ਨ ਆਫ ਕਾਜ਼ਿਸ ਐਂਡ ਨੈਸੈਸਿਟੀ ਆਫ ਟੇਕਿੰਗ ਅਪ ਆਰਮਸ ਕਿ ਕਿਉਂ ਹਥਿਆਰ ਸਾਨੂੰ ਚੁੱਕਣੇ ਪਏ। ਹਾਲਾਂਕਿ 1776 'ਚ ਇੰਡੀਪੈਂਡੈਂਸ ਹੋਈ ਡੈਕਲੇਰੇਸ਼ਨ ਦੀ, ਪਰ ਆਰਮਡ ਸਟਰਗਲ ਸ਼ੁਰੂ ਹੋ ਗਈ ਸੀ, ਉਹਨੂੰ ਜਸਟੀਫਾਈ ਕੀਤਾ। 1785 'ਚ ਕਾਂਗਰਸ ਨੇ ਇਹ ਰਿਜ਼ੋਲਵ ਕੀਤਾ ਕਿ ਅਮਰੀਕਾ ਦੀ ਕਰੰਸੀ ਜਿਹੜੀ ਉਹ ਡਾਲਰ ਹੋਏਗੀ, ਔਰ ਡੈਸੀਮਲ ਕੋਇਨੇਜ ਉਹਨਾਂ ਨੇ ਅਡਾਪਟ ਕੀਤੀ। 1892 'ਚ ਦਾਦਾ ਭਾਈ ਨੌਰੋਜੀ ਯੂਕੇ ਪਾਰਲੀਮੈਂਟ ਦਾ ਪਹਿਲਾ ਇੰਡੀਅਨ ਮੈਂਬਰ ਬਣੇ। 1923 'ਚ ਯੂਨੀਅਨ ਆਫ ਸੋਸ਼ਲਿਸਟ ਰਿਪਬਲਿਕ ਪਾਰਟੀ USSR ਹੋਂਦ ਵਿੱਚ ਆਈ, ਔਰ 2014 'ਚ ਸਟੇਟ ਆਫ ਵਾਸ਼ਿੰਗਟਨ ਨੇ ਮਰੂਆਨਾ ਨੂੰ ਰੈਕਰੀਏਸ਼ਨਲ ਪਰਪਸਿਸ ਲਈ, ਜਿਹੜਾ ਮਨੋਰੰਜਨ ਲਈ ਭੰਗ ਨੂੰ ਜਿਹੜਾ ਉਹਨੂੰ ਕਾਨੂੰਨੀ ਮਾਨਤਾ ਦਿੱਤੀ, ਤੇ ਸੈਕੰਡ ਸਟੇਟ ਬਣ ਗਈ ਕੋਲੋਰਾਡੋ ਤੋਂ ਬਾਅਦ ਜਿਸ ਨੇ ਇਸ ਨੂੰ ਮਾਨਤਾ ਦਿੱਤੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਜੰਗਨਾਮਾ ਜਿਹੜਾ ਕਿ ਫਤਿਹਨਾਮਾ 10ਵੇਂ ਪਾਤਸ਼ਾਹ ਨੇ ਲਿਖਿਆ, ਜਿਹਦੇ 24 ਸ਼ੇਅਰ ਨੇ, ਅਸੀਂ ਉਸ ਦੇ ਕੁਝ ਸ਼ੇਅਰ ਸਾਂਝੇ ਕਰਾਂਗੇ ਜੀ। ਇਹ ਪਰਸ਼ੀਅਨ 'ਚ ਹੀ ਹੈ,
ਔਰ ਔਰੰਗਜ਼ੇਬ ਨੂੰ ਮੁਖਾਤਬ ਹੈ, ਮਨ ਅਕਨੂ ਬਾਫਜ਼ਾਲੇ ਪੁਰਸ਼ ਅਕਾਲ ਕੁਨਮ ਆਬ ਆਹਨ ਚੁਨਾ ਬਰਗਸ਼ਾਲ, ਕਿ ਮੈਂ ਰੱਬੀ ਕਿਰਪਾ ਨਾਲ ਲੋਹੇ ਦੀ ਤੇਜ਼ ਧਾਰ ਨਾਲ ਤੇਰੇ ਤੇ ਜਿਵੇਂ ਬਰਖਾ ਰੁੱਤ ਦੇ ਵਿੱਚ ਤੇਜ਼ ਮੀਂਹ ਵਰਦਾ ਹੈ, ਇਹੋ ਜਿਹਾ ਹੱਲਾ ਤੇਰੇ ਤੇ ਮੈਂ ਬੋਲਾਂਗਾ ਕਿ ਹਰਗਿਜ਼ ਅਜ਼ਾਂ ਚਾਰ ਦੀਵਾਰ ਸ਼ੂਮ ਨਿਸ਼ਾਨੇ ਨਾ ਮਾਨਦ ਬਰੀ ਪਾਕ ਬੂਮ, ਤਾਂ ਕਿ ਇਸ ਪਵਿੱਤਰ ਧਰਤੀ ਉੱਤੇ ਤੇਰੀ ਮਨਹੂਸ ਚਾਰ ਦੀਵਾਰੀ ਦਾ ਨਾਮੋ ਨਿਸ਼ਾਨ ਵੀ ਨਾ ਰਹੇ। ਜੀ ਜੇ ਕੋਹੇ ਦੱਕਨ ਤਿਸਨਾ ਕਾਮ ਆਮਦੀ, ਜੇ ਮੇਵਾੜ ਹਮ ਤਲਖ ਨਾਮ ਆਮਦੀ, ਕਿ ਤੂੰ ਦੱਖਣ ਤੋਂ ਮਰਾਠਿਆਂ ਦੇ ਖਿਲਾਫ ਲੜਦਾ ਵੀ ਤਿਹਾਇਆ ਮੁੜਿਆ, ਤੇ ਮੇਵਾੜ ਚੋਂ ਵੀ ਤੂੰ ਜਿਹੜਾ ਕੌੜਾ ਘੁੱਟ ਪੀ ਕੇ ਵਾਪਸ ਆਇਆ, ਔਰ ਹੁਣ ਤੇਰੀ ਅੱਖ ਪੰਜਾਬ ਦੇ ਉੱਤੇ ਹੈ। ਬਰੀ ਸੂਚਾਂ ਅਕਨੂ ਨਿਗਾਹਤ ਦਵੈਦ, ਕਿ ਆ ਤਲਖੀ ਵਾ ਤਿਸ਼ਨੀ ਗੀਅਤ ਰਵਤ, ਕਿ ਹੁਣ ਤੂੰ ਪੰਜਾਬ ਵੱਲ ਦੇਖ ਰਿਹਾ ਤੇ ਮੈਂ ਤੇਰੀ ਜਿਹੜੀ ਹੈ ਇਹ ਤ੍ਰਿਸ਼ਨਾ ਵੀ ਜਲਦੀ ਦੂਰ ਕਰ ਦਿਆਂਗਾ ਜਿਹੜੀ ਤੇਰੀ ਪੰਜਾਬ ਤੇ। ਔਰ ਉਹਨਾਂ ਨੇ ਫਿਰ ਬੜੇ ਜ਼ਬਰਦਸਤ ਤਿੰਨ ਸ਼ੇਰ ਕਹੇ, ਚੁਨਾ ਆਤਸ਼ੇ ਜ਼ੇਰੇ ਨਾਲਤ ਨਿਹਮ, ਜੇ ਪੰਜਾਬ ਆਬਤ ਨਾ ਖੁਰਦਨ ਦਹਮ, ਕਿ ਮੈਂ ਤੇਰੇ ਘੋੜਿਆਂ ਦੀਆਂ ਖੁਰੀਆਂ ਥੱਲੇ ਐਸੀ ਅੱਗ ਬਾਲਾਂਗਾ ਕਿ ਤੂੰ ਮੇਵਾੜ ਚੋਂ ਆ ਗਿਆ ਤੇ ਹਾਇਆ ਕੌੜਾ ਘੁੱਟ ਪੀ ਕੇ ਮਰਾਠਿਆਂ ਤੋਂ ਜਿਹੜਾ ਉਹ ਹਾਰ ਖਾ ਕੇ ਮੁੜਿਆ, ਹੁਣ ਤੂੰ ਪੰਜਾਬ ਵੱਲ ਅੱਗ ਕੀਤੀ ਹੈ, ਮੈਂ ਤੇਰੇ ਘੋੜਿਆਂ ਦੀਆਂ ਖੁਰੀਆਂ ਥੱਲੇ ਐਸੀ ਅੱਗ ਬਾਲਾਂਗਾ ਕਿ ਪੰਜਾਬ ਦੇ ਦਰਿਆਵਾਂ ਦੇ ਪਾਣੀਆਂ ਦਾ ਇੱਕ ਵੀ ਘੁੱਟ ਤੈਨੂੰ ਪੀਣਾ ਨਸੀਬ ਨਹੀਂ ਹੋਏਗਾ। ਚੇ ਸ਼ੁੱਧ ਗਰ ਚੂ ਸ਼ੁੱਧ ਗਰ ਸਿਗਾਲੇ ਬਮ ਕਰ ਰਿਆ, ਹਮੀ ਕੁਛ ਦੋ ਬਚਹਾਏ ਸ਼ੇਰ ਰਾ, ਕਿ ਕੀ ਹੋਇਆ ਜੇ ਗਿੱਦੜ ਨੇ ਛਲ ਫਰੇਬ ਦੇ ਨਾਲ ਹਮੀ ਕੁਛ ਦੋ ਬਚਹਾਏ, ਕਿ ਉਸ ਨੇ ਸ਼ੇਰ ਦੇ ਦੋ ਬੱਚੇ ਧੋਖੇ ਔਰ ਛਲ ਫਰੇਬ ਨਾਲ ਮਾਰ ਦਿੱਤੇ। ਇਹ ਉਦੋਂ ਤੱਕ 10ਵੇਂ ਪਾਤਸ਼ਾਹ ਨੂੰ ਜਿਹੜਾ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੀ ਸਾਹਮਣੇ ਸੀ, ਇਸ ਲਈ ਦੋ ਦਾ ਜ਼ਿਕਰ ਹੈ। ਜ਼ਫਰਨਾਮੇ 'ਚ ਫਿਰ ਚਾਰੋਂ ਦਾ ਜ਼ਿਕਰ ਹੈ। ਤੇ ਅਖੀਰਲਾ ਸ਼ੇਰ ਹੈ, ਪਹਿਲਾ ਇਹ ਹੈ, ਚੀ ਸ਼ੁੱਧ ਗਰ ਸਿਗਾਲੇ ਬਮ ਕਰ ਰਿਆਂ, ਕਿ ਗਿੱਦੜ ਨੇ ਛਲ ਫਰੇਬ ਨਾਲ ਸ਼ੇਰ ਦੇ ਜੇ ਦੋ ਬੱਚੇ ਮਾਰ ਦਿੱਤੇ ਤੇ ਕੀ ਹੋਇਆ, ਚੂ ਸ਼ੇਰ ਜਿਆਂ ਜ਼ਿੰਦਾ ਮਾਨਦ ਹਮੀ, ਜੇ ਤੂੰ ਇੰਤਕਾਮੇ ਸਤਾਨਦ ਹਮੀ, ਕਿ ਅਜੇ ਖੂਨੀ ਬੱਬਰ ਸ਼ੇਰ ਜਿਉਂਦਾ ਤੇ ਉਹ ਜ਼ਰੂਰ ਤੈਥੋਂ ਬਦਲਾ ਲਵੇਗਾ। ਕਿ ਤੂੰ ਸ਼ੇਰ ਦੇ ਦੋ ਬੱਚੇ ਮਾਰੇ ਨੇ ਲੇਕਿਨ ਅਜੇ ਬੱਬਰ ਸ਼ੇਰ ਜਿਉਂਦਾ ਔਰ ਤੂੰ ਤੇਰੇ ਨਾਲ ਹਿਸਾਬ ਬਰਾਬਰ ਕਰੇਗਾ। ਸੋ ਇਹ ਜੰਗਨਾਮਾ ਦੇ ਕੁਝ ਸ਼ੇਰ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨੇ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫੇਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਡਾਕਟਰ ਮੰਗਿਆ ਦਿਓ ਤੇ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।